ਗੁੱਡ ਮਾਰਨਿੰਗ। ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਜਗਵੀਰ ਸਿੰਘ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਢੁੱਡੀ ਫਰੀਦਕੋਟ ਤੋਂ। ਅੱਜ ਦਾ ਜੋ ਵਿਸ਼ਾ ਹੈ ਉਹ ਹੈ ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ। ਸੋ ਅੱਜ ਅਸੀਂ ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਵਿੱਚ ਪੜ੍ਹਾਂਗੇ ਕਿ ਕਸਟਮਰ ਨਾਲ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਬਿਲਡ ਕੀਤੇ ਜਾਂਦੇ ਹਨ ਅਤੇ ਕਿਹੜੀ ਗੱਲਾਂ ਤੋਂ ਬਚਿਆ ਜਾ ਸਕਦਾ ਹੈ ਤਾਂ ਕਿ ਸਾਡਾ ਕਸਟਮਰ ਰਿਲੇਸ਼ਨਸ਼ਿਪ ਜੋ ਹੈ ਉਹ ਖਰਾਬ ਨਾ ਹੋਵੇ। ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਲੈਸਨ ਦੀ। ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਗਾਈਡ ਯੋਰ ਕਸਟਮਰ ਪ੍ਰੋਪਰਲੀ। ਸੋ ਜੋ ਵੀ ਕਸਟਮਰ ਤੁਹਾਡੀ ਰਿਟੇਲ ਆਊਟਲੈਟ 'ਤੇ ਆਉਂਦਾ ਹੈ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਚਾਹੀਦਾ ਹੈ ਕਿ ਉਸ ਨੂੰ ਪ੍ਰੋਪਰ ਗਾਈਡ ਕੀਤਾ ਜਾਵੇ, ਕਿਉਂਕਿ ਰਿਟੇਲ ਆਊਟਲੈਟ ਜੋ ਆਪਾਂ ਦੇਖਦੇ ਹਾਂ ਕਿ ਉਸ ਵਿੱਚ ਕਈ ਤਰ੍ਹਾਂ ਦੇ ਸੈਕਸ਼ਨ ਹੁੰਦੇ ਹਨ, ਕਈ ਤਰ੍ਹਾਂ ਦੇ ਵਿਭਾਗ ਬਣੇ ਹੁੰਦੇ ਹਨ ਅਤੇ ਉਹਨਾਂ ਵਿਭਾਗਾਂ ਵਿੱਚ ਵੀ ਕਈ ਤਰ੍ਹਾਂ ਦੇ ਹੋਰ ਜਿਵੇਂ ਆਪਾਂ ਕਹੀਏ ਸ਼੍ਰੇਣੀਆਂ ਹੁੰਦੀਆਂ ਹਨ, ਅੱਡ ਸ਼੍ਰੇਣੀਆਂ ਹੁੰਦੀਆਂ ਹਨ। ਸੋ ਕਸਟਮਰ ਕਈ ਵਾਰੀ ਕਨਫਿਊਜ਼ ਹੋ ਜਾਂਦਾ ਹੈ ਉਸ ਕਿਸ ਨੂੰ ਜਾਣਾ ਕਿੱਧਰ ਹੈ, ਠੀਕ ਹੈ, ਔਰ ਜਿਹੜੀ ਚੀਜ਼ ਉਹ ਲੱਭ ਰਿਹਾ ਉਹ ਹੈ ਕਿਸ ਸਾਈਡ 'ਤੇ ਹੈ। ਸੋ ਅਸੀਂ ਉਸ ਨੂੰ ਪ੍ਰੋਪਰ ਗਾਈਡ ਕਰਨਾ ਹੈ। ਸੈਕਿੰਡ ਥਿੰਗ ਹੈ, ਜੋ ਉਸਨੇ ਮੰਨ ਲਓ ਕੋਈ ਚੋਇਸ ਬਣਾਈ ਹੈ ਆਪਣੇ, ਮੰਨ ਲਓ ਕੋਈ ਕੱਪੜਾ ਕੋਈ ਲੈ ਰਿਹਾ ਹੈ ਕੋਈ ਕਸਟਮਰ, ਅਗਰ ਉਹ ਕੋਈ ਚੋਇਸ ਪਾਰਟੀਕੂਲਰ ਬਣਾ ਰਿਹਾ ਹੈ ਕਿ ਇਹ ਉਸ ਨੂੰ ਕੱਪੜਾ ਪਸੰਦ ਆ ਰਿਹਾ, ਇਸ ਨੂੰ ਉਹ ਜੀਨ ਪਸੰਦ ਆ ਰਹੀ ਹੈ ਜਾਂ ਕੋਈ ਪੈਂਟ ਪਸੰਦ ਆ ਰਹੀ ਹੈ ਲੈਟਸ ਸਪੋਜ਼, ਤਾਂ ਅਸੀਂ ਉਸ ਦੀ ਚੋਇਸ ਨੂੰ ਐਪਰੀਸ਼ੀਏਟ ਕਰਨਾ ਹੈ। ਉਸ ਨੂੰ ਆਪਾਂ ਕਿੰਤੂ ਪ੍ਰੰਤੂ ਨਹੀਂ ਕਰਨਾ ਹੈ ਵੀ ਉਸ ਦੀ ਚੋਇਸ ਗਲਤ ਹੈ, ਇਹ ਕੀ ਤੂੰ ਚੁਣਿਆ ਹੈ, ਇਸ ਤਰ੍ਹਾਂ ਦੀ ਗੱਲਾਂ ਨਹੀਂ ਕਰਨੀਆਂ। ਆਪਾਂ ਉਸਦੀ ਜੋ ਚੋਇਸ ਹੈ ਐਪਰੀਸ਼ੀਏਟ ਕਰਨਾ ਹੈ, ਕਿਉਂਕਿ ਦੇਖੋ ਹਰੇਕ ਕਸਟਮਰ ਦੀ ਚੋਇਸ ਅੱਡ ਅੱਡ ਹੋ ਸਕਦੀ ਹੈ। ਅਗਲਾ ਪੁਆਇੰਟ ਹੈ ਜੋ ਕਿ ਉਸ ਨੂੰ ਅਗਰ ਕੋਈ ਡਾਊਟ ਹੈ ਕਿਸੇ ਚੀਜ਼ 'ਤੇ ਤਾਂ ਉਸ ਨੂੰ ਕਲੀਅਰ ਕਰਨਾ ਹੈ, ਇਹ ਸਾਡੀ ਹੀ ਰਿਸਪੋਂਸੀਬਿਲਿਟੀ ਹੈ। ਨੰਬਰ 4 'ਤੇ ਆ ਜਾਂਦਾ ਹੈ ਜੀ ਮੇਕ ਹਿਮ ਕੰਫਰਟੇਬਲ। ਉਸਨੂੰ ਇੱਕ ਕੰਫਰਟ ਫੀਲ ਜ਼ਰੂਰ ਕਰਵਾਉਣਾ ਹੈ। ਉਸਨੂੰ ਐਸਾ ਨਹੀਂ ਲੱਗਣਾ ਚਾਹੀਦਾ ਕਿ ਉਹ ਕਿਸੇ ਅਲੱਗ ਮਾਹੌਲ ਵਿੱਚ ਆ ਚੁੱਕਾ ਹੈ, ਉਸਨੂੰ ਐਜ਼ ਅ ਹੋਮ ਫੀਲ ਕਰਵਾਓ ਤੁਸੀਂ। ਔਰ ਫਿਫਥ ਜੋ ਕਾਫੀ ਇੰਪੋਰਟੈਂਟ ਚੀਜ਼ ਹੈ ਕਸਟਮਰ ਰਿਲੇਸ਼ਨਸ਼ਿਪ ਬਿਲਡਿੰਗ ਵਿੱਚ, ਜੋ ਮੈਂ ਮੰਨਦਾ ਹਾਂ, ਉਹ ਹੈ ਵੀ ਆਪਾਂ ਨੂੰ ਕੋਈ ਵੀ ਡੈਮੇਜ ਪ੍ਰੋਡਕਟ ਸੈੱਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਸਟਮਰ ਨੂੰ, ਕਿਉਂਕਿ ਆਪਣੇ ਦੁਕਾਨਦਾਰ ਨੂੰ ਪਤਾ ਹੁੰਦਾ ਹੈ ਕਿ ਆਪਣਾ ਇਹ ਪ੍ਰੋਡਕਟ ਐਕਸਪਾਇਰ ਹੋ ਚੁੱਕਾ ਹੈ ਜਾਂ ਡੈਮੇਜ ਹੋ ਚੁੱਕਾ ਹੈ, ਫਿਰ ਵੀ ਉਹ ਕੀ ਕਰਦੇ ਹਨ ਕਿ ਕਸਟਮਰ ਨੂੰ ਸੇਲ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਸੇਲ ਕਰਦੇ ਹਨ। ਚਲੋ ਇੱਕ ਵਾਰ ਤਾਂ ਸੇਲ ਕਰ ਲੈਂਦੇ ਹਨ, ਲੇਕਿਨ ਬਾਅਦ ਵਿੱਚ ਜਦੋਂ ਕਸਟਮਰ ਨੂੰ ਪਤਾ ਲੱਗਦਾ ਹੈ ਕਿ ਉਹ ਪ੍ਰੋਡਕਟ ਡੈਮੇਜ ਹੈ ਜਾਂ ਕੁਛ ਐਸਾ ਉਸ ਨੂੰ ਗਲਤ ਗਾਈਡ ਕੀਤਾ ਗਿਆ ਹੈ, ਤਾਂ ਉਸ ਨੂੰ ਬਹੁਤ ਠੇਸ ਪਹੁੰਚਦੀ ਹੈ ਅਤੇ ਅੱਗੇ ਤੋਂ ਉਹ ਤੁਹਾਡੇ ਸਟੋਰ ਵਿੱਚ ਆਉਣ ਤੋਂ ਕੰਨੀ ਕਤਰਾਵੇਗਾ। ਸੋ ਇਸ ਚੀਜ਼ ਨੂੰ ਆਪਾਂ ਸਹੀ ਕਰਨਾ ਹੈ, ਯਾਨੀ ਕਿ ਉਸਨੂੰ ਗਲਤ ਪ੍ਰੋਡਕਟ ਨਹੀਂ ਸੇਲ ਕਰਨਾ। ਹਾਂਜੀ, ਉਸ ਤੋਂ ਬਾਅਦ ਆ ਜਾਂਦਾ ਹੈ ਜੀ ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਵਿੱਚ ਆਫਟਰ ਸੇਲ ਸਰਵਿਸ। ਮਾਫੀ ਚਾਹਾਂਗਾ, ਸਰਵਿਸ ਦੇ ਸਪੈਲਿੰਗ ਇੱਥੇ ਗਲਤ ਲਿਖੇ ਗਏ ਹਨ। ਸੋ ਸਭ ਤੋਂ ਪਹਿਲਾਂ ਕੀ ਹੈ, ਮੇਕ ਰਿਟਰਨ ਪਾਲਿਸੀ ਆਫਟਰ ਸੇਲ ਸਰਵਿਸ ਵਿੱਚ। ਜਦੋਂ ਆਪਾਂ ਚੀਜ਼ ਨੂੰ ਵੇਚ ਦਿੱਤਾ ਹੈ, ਗਾਹਕ ਆਪਣੇ ਘਰ ਚਲਾ ਗਿਆ ਹੈ, ਉਸ ਤੋਂ ਬਾਅਦ ਆਪਾਂ ਉਹਨੂੰ ਕਿਸ ਤਰ੍ਹਾਂ ਸਰਵਿਸ ਦੇ ਸਕਦੇ ਹਾਂ। ਸਭ ਤੋਂ ਪਹਿਲਾ ਪੁਆਇੰਟ ਇਹੀ ਹੁੰਦਾ ਹੈ ਕਿ ਉਸ ਤੋਂ ਕੋਈ ਚੀਜ਼ ਜੇ ਮੰਨ ਲਓ ਕੋਈ ਚੀਜ਼ ਉਸ ਨੂੰ ਪੂਰੀ ਨਹੀਂ ਆਉਂਦੀ ਹੈ, ਆਪਾਂ ਕੋਈ ਚੀਜ਼ ਸੇਲ ਕੀਤੀ ਹੈ ਜਾਂ ਉਸ ਵਿੱਚ ਕੰਫਰਟੇਬਲ ਨਹੀਂ ਹੈ, ਜਾਂ ਉਸ ਨੂੰ ਬਾਅਦ ਵਿੱਚ ਐਸਾ ਲੱਗਦਾ ਹੈ ਯਾਰ ਇਹ ਡਿਫੈਕਟਿਡ ਹੈ ਜਾਂ ਕੁਛ ਵੀ ਐਸਾ ਕੁਛ ਹੁੰਦਾ ਹੈ, ਤਾਂ ਆਪਾਂ ਉਸ ਨੂੰ ਰਿਟਰਨ ਕਰੀਏ, ਆਪਾਂ ਖੁਦ ਕੋਲ ਪਾਲਿਸੀ ਬਣਾਈਏ। ਵੈਸੇ ਗੌਰਮੈਂਟ ਦਾ ਕੋਈ ਵੀ ਰੂਲ ਨਹੀਂ ਹੈ ਰਿਟਰਨ ਪਾਲਿਸੀ ਦੇ ਰਿਲੇਟਡ, ਲੇਕਿਨ ਆਪਾਂ ਉਸ ਨੂੰ ਬਣਾ ਸਕਦੇ ਹਾਂ ਕਿਸ ਕਰਨ ਲਈ, ਆਪਾਂ ਉਸ ਨੂੰ ਸਰਵਿਸ ਦੇਣ ਵਾਸਤੇ, ਵਧੀਆ ਸਰਵਿਸ ਦੇਣ ਲਈ। ਨੰਬਰ 2 'ਤੇ ਆ ਜਾਂਦਾ ਹੈ ਜੀ ਕਲੈਕਟ ਕਸਟਮਰ ਡੇਟਾ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਕਸਟਮਰ ਜਦੋਂ ਆਪਣੇ ਕੋਲ ਕੋਈ ਸਮਾਨ ਲੈਂਦਾ ਹੈ ਤਾਂ ਉਸ ਦਾ ਡਾਟਾ ਆਪਾਂ ਨੂੰ ਕਲੈਕਟ ਕਰਨਾ ਚਾਹੀਦਾ ਹੈ। ਡਾਟਾ ਤੋਂ ਮੀਨਿੰਗ ਹੈ ਉਸ ਦਾ ਤੁਸੀਂ ਮੋਬਾਈਲ ਨੰਬਰ ਲੈ ਸਕਦੇ ਹੋ, ਉਸ ਦਾ ਤੁਸੀਂ ਈਮੇਲ ਲੈ ਸਕਦੇ ਹੋ। ਹੁਣ ਇਸ ਜੋ ਡਾਟਾ ਤੁਸੀਂ ਕਲੈਕਟ ਕੀਤਾ ਹੈ, ਇਸ ਦਾ ਫਾਇਦਾ ਕੀ ਹੋਣਾ ਹੈ? ਇਸ ਦਾ ਫਾਇਦਾ ਇਹ ਹੋਣਾ ਹੈ ਕਿ ਤੁਸੀਂ ਉਸ ਪਰਟੀਕੂਲਰ ਨੰਬਰਸ 'ਤੇ, ਠੀਕ ਹੈ, ਜਾਂ ਉਸ ਦੀ ਮੇਲ ਆਈਡੀ 'ਤੇ ਤੁਸੀਂ ਉਸ ਨੂੰ ਆਫਰ ਭੇਜ ਸਕਦੇ ਹੋ। ਜੈਸਾ ਉਸਨੇ ਕੁਛ ਮਤਲਬ ਸਮਾਨ ਕੁਛ ਲਿਆ ਹੈ, ਕੱਪੜੇ ਵਗੈਰਾ ਲਏ ਹਨ, ਤੁਸੀਂ ਉਹਨੂੰ ਕੱਪੜਿਆਂ ਨਾਲ ਰਿਲੇਟਡ ਕੋਈ ਆਫਰ ਆਉਂਦਾ ਹੈ ਜਾਂ ਤੁਸੀਂ ਖੁਦ ਬਿਜ਼ਨਸ ਪ੍ਰਮੋਸ਼ਨ ਵਾਸਤੇ ਉਸ ਡਾਟਾ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਤੀਜੇ ਨੰਬਰ 'ਤੇ ਆਉਂਦਾ ਹੈ ਜੀ ਪੁਆਇੰਟ ਕਾਰਡਸ। ਆਪਾਂ ਅਕਸਰ ਵੇਖਦੇ ਹਾਂ ਕਿ ਵੱਡੇ ਵੱਡੇ ਬ੍ਰਾਂਡ ਸਟੋਰ ਵਿੱਚ ਇਹ ਕਾਰਡ ਅਕਸਰ ਦਿੱਤੇ ਜਾਂਦੇ ਹਨ। ਜੈਸੇ ਆਪਣੇ ਮੰਨ ਲਓ 2000 ਦੀ ਸ਼ੋਪਿੰਗ ਕੀਤੀ ਹੈ ਤਾਂ ਉਸ ਵਿੱਚ ਆਪਾਂ ਨੂੰ ਕਾਰਡਸ ਮਿਲਦੇ ਹਨ, ਉਸ ਵਿੱਚ ਕਹਿੰਦੇ ਹਨ ਤੁਹਾਨੂੰ ਜੀ 50 ਪੁਆਇੰਟਸ ਮਿਲ ਗਏ ਹਨ, ਤੁਹਾਨੂੰ ਅਗਲੀ ਵਾਰ ਤੁਸੀਂ ਕਰੋਗੇ ਤਾਂ ਤੁਹਾਨੂੰ 50 ਪੁਆਇੰਟਸ ਹੋਰ ਮਿਲਣਗੇ ਅਤੇ 100 ਪੁਆਇੰਟ ਆਫਟਰ ਤੁਹਾਨੂੰ ਆਹ ਗਿਫਟ ਮਿਲੇਗਾ। ਤਾਂ ਇਸ ਤਰ੍ਹਾਂ ਦੀ ਕੋਈ ਵੀ ਸਕੀਮਸ ਆਪਾਂ ਚਲਾ ਸਕਦੇ ਹਾਂ ਪੁਆਇੰਟਸ ਕਾਰਡ ਦੇ ਜ਼ਰੀਏ। ਇਹ ਸਭ ਤੋਂ ਤੁਹਾਡੇ ਕੋਲ ਤਾਂ ਹੀ ਸੰਭਵ ਹੋਵੇਗਾ ਜੇ ਤੁਹਾਡੇ ਕੋਲ ਕਸਟਮਰ ਡਾਟਾ ਹੈ।
ਨੈਕਸਟ ਆ ਜਾਂਦੇ ਹੈ ਟੈਲੀਮਾਰਕੀਟਿੰਗ ਸੇਮ ਹੀ ਆ ਗਿਆ ਜੋ ਮੈਂ ਕੀਤਾ ਸੀ, ਦੱਸਿਆ ਸੀ ਤੁਹਾਨੂੰ ਵੀ ਕਸਟਮਰ ਡਾਟਾ ਕਲੈਕਟ ਕਰਨਾ ਹੈ, ਉਸ 'ਤੇ ਆਪਾਂ ਟੈਲੀਮਾਰਕੀਟਿੰਗ ਕਰ ਸਕਦੇ ਹਾਂ, ਉਸ 'ਤੇ ਆਫਰ ਭੇਜ ਸਕਦੇ ਹਾਂ ਉਹਨਾਂ ਨੂੰ। ਔਰ ਉਸ ਤੋਂ ਬਾਅਦ ਓਪੀਨੀਅਨ ਪੋਲ, ਹਾਂ ਇਹ ਵੀ ਇੰਪੋਰਟੈਂਟ ਹੁੰਦਾ ਹੈ। ਅਗਰ ਆਪਾਂ ਮੋਬਾਈਲ 'ਤੇ ਚਲੋ ਕੋਈ ਆਫਰ ਵੀ ਭੇਜਦੇ ਹਾਂ, ਓਪੀਨੀਅਨ ਪੋਲ ਵੀ ਭੇਜਣਾ ਚਾਹੀਦਾ ਆਪਾਂ ਨੂੰ ਕਿ ਤੁਸੀਂ ਇਹ ਪ੍ਰੋਡਕਟ ਲਿਆ ਸੀ, ਤੁਹਾਡੀ ਇਸ ਬਾਰੇ ਕੀ ਓਪੀਨੀਅਨ ਹੈ, ਇਸ ਨੂੰ ਕੋਈ ਸਟਾਰ ਰੇਟਿੰਗ ਦਿਓ। ਜਿਵੇਂ ਆਪਾਂ ਦੇਖਦੇ ਹਾਂ ਨਾ ਕਿ ਐਮਾਜ਼ੋਨ 'ਤੇ ਜਾਂ ਫਲਿੱਪਕਾਰਟ 'ਤੇ ਆਪਣੇ ਕੋਲ ਓਪੀਨੀਅਨ ਮੰਗਦੇ ਨੇ, ਉਸ ਹਿਸਾਬ ਨਾਲ ਰੇਟਿੰਗ ਹੁੰਦੀ ਹੈ ਪ੍ਰੋਡਕਟ ਦੀ, ਅਤੇ ਉਸ ਤਰ੍ਹਾਂ ਵੀ ਆਪਾਂ ਕੁਛ ਕਰ ਸਕਦੇ ਹਾਂ। ਉਸ ਤੋਂ ਬਾਅਦ ਆਉਂਦਾ ਹੈ ਜੀ ਪੇਮੈਂਟ ਸਿਸਟਮ। ਜਿਵੇਂ ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਪਲਾਸਟਿਕ ਕ੍ਰਾਂਤੀ ਆਈ ਹੋਈ ਹੈ। ਪਲਾਸਟਿਕ ਕ੍ਰਾਂਤੀ ਦਾ ਮੀਨਿੰਗ ਇਹ ਹੈ ਕਿ ਪਹਿਲਾਂ ਜੋ ਪੇਮੈਂਟ ਹੁੰਦੀ ਸੀ ਸਿਰਫ ਕੈਸ਼ ਵਿੱਚ ਹੁੰਦੀ ਸੀਗੀ, ਲੇਕਿਨ ਅੱਜ ਕੱਲ੍ਹ ਕੋਈ ਜ਼ਿਆਦਾ ਕੈਸ਼ ਕੈਰੀ ਨਹੀਂ ਕਰਦਾ। ਲੋਕ ਕੀ ਕਰਦੇ ਨੇ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਆਦਿ ਕੈਰੀ ਕਰਦੇ ਨੇ ਜਾਂ ਮੋਬਾਈਲ ਬੈਂਕਿੰਗ ਯੂਜ਼ ਕਰਦੇ ਨੇ। ਸੋ ਆਪਾਂ ਨੂੰ ਆਪਣੇ ਸਟੋਰ ਵਿੱਚ ਇਹ ਚੀਜ਼ਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਕਿ ਉਹ ਜੋ ਕਸਟਮਰ ਆਪਣੇ ਕੋਲ ਆ ਰਿਹਾ ਹੈ ਉਸ ਨੂੰ ਸੁਵਿਧਾ ਦੇਣੀ ਚਾਹੀਦੀ ਹੈ ਕਿ ਉਹ ਡੈਬਿਟ ਕਾਰਡ ਰਾਹੀਂ ਜਾਂ ਕ੍ਰੈਡਿਟ ਕਾਰਡ ਰਾਹੀਂ, ਮੋਬਾਈਲ ਬੈਂਕਿੰਗ ਰਾਹੀਂ ਜਾਂ ਮੋਬਾਈਲ ਵਾਲਟ ਰਾਹੀਂ ਜਾਂ UPI ਰਾਹੀਂ, ਜਿੰਨੇ ਵੀ ਆਪਸ਼ਨਸ ਨੇ ਪੇਮੈਂਟ ਦੇ, ਆਪਾਂ ਨੂੰ ਉਹ ਪੇਮੈਂਟ ਦੇ ਆਪਸ਼ਨ ਉਸ ਨੂੰ ਦੇਣੇ ਚਾਹੀਦੇ ਹਨ। ਇਸ ਨਾਲ ਕੀ ਹੈ ਵੀ ਉਸ ਦਾ ਇੱਕ ਤਾਂ ਆਸਾਨ ਹੋ ਜਾਂਦਾ ਹੈ, ਇੱਕ ਕੰਮ ਜਲਦੀ ਹੋ ਜਾਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਜੀ ਮੈਨੂੰ ਸਭ ਤੋਂ ਇੰਪੋਰਟੈਂਟ ਗੱਲ ਲੱਗਦੀ ਹੈ ਜੀ ਬਿਲਿੰਗ ਸਿਸਟਮ ਸਰਵਿਸ ਦੇ ਵਿੱਚ। ਬਿਲਿੰਗ ਸਿਸਟਮ ਕਾਹ ਤੋਂ ਇੰਨਾ ਇੰਪੋਰਟੈਂਟ ਹੈ ਕਿਉਂਕਿ ਪਹਿਲਾਂ ਤਾਂ ਆਪਾਂ ਦੇਖਦੇ ਸੀ ਨਾ ਵੀ ਜਦੋਂ ਆਪਾਂ ਦੁਕਾਨ 'ਤੇ ਆਮ ਜਾਂਦੇ ਸੀਗੇ ਅਤੇ ਆਪਾਂ ਨੂੰ ਜੋ ਬਿੱਲ ਬਣਦੇ ਸੀਗੇ, ਉਸ ਬਿੱਲ ਵਿੱਚ ਪਹਿਲਾਂ ਤਾਂ ਉਹ ਚੀਜ਼ ਦਾ ਨਾਮ ਲਿਖਣਾ, ਕੀਮਤ ਲਿਖਣੀ, ਉਹ ਬਿੱਲ ਬਣਾਉਣ 'ਚ ਕਾਫੀ ਟਾਈਮ ਵੇਸਟ ਹੁੰਦਾ ਸੀ। ਇੱਕ ਉਹ ਲਿਖਤੀ ਹੁੰਦਾ ਸੀਗਾ, ਠੀਕ ਹੈ, ਅਤੇ ਉਹ ਜ਼ਿਆਦਾ ਵਧੀਆ ਵੀ ਨਹੀਂ ਲੱਗਦਾ ਸੀਗਾ। ਲੇਕਿਨ ਅੱਜ ਕੱਲ੍ਹ ਜੋ ਆਪਾਂ ਵੇਖਦੇ ਹਾਂ ਵੀ ਆਪਣੇ ਕੋਲ ਬਾਰਕੋਡ ਸਕੈਨਰ ਵਗੈਰਾ ਆ ਗਏ ਨੇ, ਆਪਾਂ ਹੁਣ ਨਾ ਜੋ ਚੀਜ਼ ਦਾ ਸਮਾਨ 'ਤੇ ਬਾਰਕੋਡ ਲੱਗਿਆ ਹੁੰਦਾ ਹੈ ਜਾਂ QR ਕੋਡ ਲੱਗਿਆ ਹੁੰਦਾ ਹੈ, ਉਸ ਨੂੰ ਆਪਾਂ ਡਾਇਰੈਕਟਲੀ ਸਕੈਨ ਕਰਕੇ ਉਸ ਦਾ ਬਿੱਲ ਆਪਾਂ ਕੰਪਿਊਟਰ ਰਾਹੀਂ ਤਿਆਰ ਹੋ ਜਾਂਦਾ ਹੈ, ਅਤੇ ਆਪਾਂ ਨੂੰ ਕੋਈ ਵੀ ਪ੍ਰਾਈਜ਼ ਲਿਖਣ ਦੀ ਲੋੜ ਨਹੀਂ ਪੈਂਦੀ ਜਾਂ ਕੁਛ ਵੀ ਕਰਨ ਦੀ ਲੋੜ ਨਹੀਂ ਪੈਂਦੀ ਆਪਣੇ ਕੋਲੋਂ। ਅਤੇ ਇਹ ਕੰਮ ਬਹੁਤ ਜਲਦੀ ਹੁੰਦਾ ਹੈ, ਅਤੇ ਇਸ ਜਲਦੀ ਹੋਣ ਦੇ ਨਾਲ ਵੀ ਕਸਟਮਰ ਵਧੀਆ ਹੈਪੀ ਫੀਲ ਕਰਦਾ ਹੈ। ਸੋ ਇਹ ਸੀ ਅੱਜ ਦਾ ਟੌਪਿਕ। ਉਮੀਦ ਹੈ ਤੁਹਾਨੂੰ ਸਭ ਨੂੰ ਪਸੰਦ ਆਇਆ ਹੋਵੇਗਾ। ਥੈਂਕ ਯੂ ਸੋ ਮਚ।